जिन्ने सब्ज बाग आम पार्टी ने विखाते आ लोग ਉਹਦੇ 'ਚ ਬਹਿ ਗਏ ज़्यादा तौर पर ये किसी ने सोचा ही नहीं भी ये ਜਿਹੜੀਆਂ चीज़ां कह रहे हैं पॉसीबल है कि नहीं। लोग अकाली दल ਨੂੰ भी वेख चुके सी, कांग्रेस ਨੂੰ भी वेख चुके सी ਤੇ जिस तरह इन्हां ਦੀਆਂ ਗੱਲਾਂ सुनते सी और लोगों ने मन 'ਚ एक फैसला बुला लिया ਸੀ बदलाव लेके आना। कांग्रेस ਨੂੰ कोई नहीं मार सकता, कांग्रेस ਨੂੰ कांग्रेसियां ने आपो जी मारिया हुंदा। और CM का और प्रधान का तालमेल रहना बहुत जरूरी होंदा। लोगों के मन 'ਚ ये गल आ गई सी कि कांग्रेस तो आपो जी लड़ी जाती है ना सरकार की बनानी है। सरदार भगवंत सिंह मान साहब को भी ये गल की बधाई दूँगा कि उन्होंने खटखट कलां जिहड़ा फैसला किया सौं चुकण का, वो वक्री गल है कि खर्चा उत्थे बहुत आ जाना। तो मैनू लगता कि भगवंत मान खुद फैसले लैणगे हुण जिहड़ा खटखट कलां चले आ, कोई दिल्ली दुल्ली की परवाह नहीं करनगे। ਜਦੋਂ भी कोई सरकार आती है प्रोग्राम रखे जाते हैं, रैलियां रखिया जांदियां तो असीं तो सोचा ही पहली गल तो भी ਜਦੋਂ जित गए सी ਇਹਦੀ लोड़ की सी ਹੁਣ ਇਹਨਾਂ ਨੂੰ। पहली बार मैं वेख्या कि सरकारी बसां PRTC ਦੀਆਂ ਬੱਸਾਂ मैं वेखियां कल ਇੱਥੇ ਪਟਿਆਲੇ ਨੂੰ ਜਿਹੜੀਆਂ ਆਈਆਂ और रोडवेज ਦੀਆਂ ਬੱਸਾਂ ਉਹਨਾਂ ਤੇ ਬੰਦੇ ਲੈ ਕੇ ਆਏ। कि 5 साल कांग्रेस की सरकार रही है, पंजाब ਦੇ ਵਿੱਚੋਂ नशा खत्म नहीं होया ਜਾਂ आम आदमी पार्टी खत्म करूगी? बंद नहीं हो सकिया पर अगे ਨੂੰ घट बहुत गया सी। चंगी गल है ये बिल्कुल बंद करा देन, सानू खुशी होगी। ਤੁਹਾਨੂੰ ਲੱਗਦਾ ਸੱਤਾ ਦੇ ਵਿੱਚ ਤੁਸੀਂ ਰਹੇ ਹੋ, ਬੇਰੁਜ਼ਗਾਰੀ ਪੰਜਾਬ 'ਚੋਂ ਖਤਮ ਹੋ ਸਕਦੀ ਹੈ? 25,000 ਦੇ ਹਿਸਾਬ ਨਾਲ ਇੱਕ ਹਲਕੇ ਦੀ 20-21,000 ਨੌਕਰੀ ਆ ਜਾਂਦੀ ਹੈ। ਕਿੱਥੇ ਇਹਨਾਂ ਨੇ ਪਾਕਿਸਤਾਨ 'ਚ ਭਰਤੀ ਕਰਾਉਣੇ ਆ ਜਾ ਕੇ। ਤੇ ਇਸੇ ਕਰਕੇ ਜਦੋਂ ਉਸ ਤਰ੍ਹਾਂ ਕੈਪਟਨ ਸਾਹਿਬ ਤੇ ਵਿਸ਼ਵਾਸ ਕੀਤਾ ਹਰਕਾਂ ਇੱਥੇ ਕਰ ਲਿਆ। ਮਾਈਨਿੰਗ ਵਿਭਾਗ ਦੇ ਵਿੱਚੋਂ ਰੈਵਨਿਊ ਵਧਾਵਾਂਗੇ, ਇਹਦੇ ਵਿੱਚੋਂ ਕਾਫੀ ਪ੍ਰੋਫਿਟ ਹੋਇਆ ਰੇਟ ਦੇ ਵਿੱਚ। ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਇਹ ਸਾਰਾ ਕੁਝ ਕਰ ਪਾਊਗੀ? केजरीवाल साहब कहते हैं कि 24,000 करोड़ रुपया माइनिंग चो आना। मैं सियासत छड्ड दूंगा जे 1,000 करोड़ नूं भी ये माइनिंग चो टच कर जाण। ਪਨ ਔਜ TV ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ। ਪੰਜਾਬ ਦੀ ਸੱਤਾ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ। ਆਮ ਆਦਮੀ ਪਾਰਟੀ ਦੇ ਵੱਲੋਂ 2 ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਬਹੁਮਤ ਦੇ ਨਾਲ ਸਰਕਾਰ ਬਣਾਈਆਂ। 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਨੇ। ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਹਿੱਸੇ 2 ਸੀਟਾਂ ਆਈਆਂ ਨੇ। ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਹਿੱਸੇ 18 ਸੀਟਾਂ ਆਈਆਂ ਨੇ। ਇਸ ਵਿਸ਼ੇ ਤੇ ਸਾਡੇ ਨਾਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਮੌਜੂਦ ਨੇ। ਸਰਕਾਰੀਆ ਸਾਹਿਬ, ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਡੇ ਚੈਨਲ ਵਿੱਚ ਸਵਾਗਤ ਕਰਦੇ ਹਾਂ। ਮੈਂ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਫਤਿਹ ਬੁਲਾਉਣਾ ਜੀ। ਬਹੁਤ ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ। ਸਰਕਾਰੀਆ ਸਾਹਿਬ, ਬੜਾ ਦਾਅਵਾ ਕੀਤਾ ਜਾਂਦਾ ਸੀ ਸਮੁੱਚੀ ਲੀਡਰਸ਼ਿਪ ਕਾਂਗਰਸ ਵੱਲੋਂ ਕਿ ਬਹੁਮਤ ਦੇ ਨਾਲ ਸਰਕਾਰ ਬਣਾਵਾਂਗੇ, 60 ਸੀਟਾਂ ਆਉਣਗੀਆਂ, 70 ਆਉਣਗੀਆਂ, 90 ਆਉਣਗੀਆਂ, ਪਰ ਆਈਆਂ 18। ਕਿੱਥੇ ਕਮੀ ਰਹਿ ਗਈ ਤੁਹਾਡੇ ਦੇ ਵਿੱਚ? देखो गल ये आ भी हुण कमी तो कोई ना कोई रही होगी, पर दूजे पासे जिन्ने सब्ज बाग आम पार्टी ने विखाते आ लोग ਉਹਦੇ 'ਚ बह गए ज़्यादा तौर पर। और ये किसी ने सोचा ही नहीं भी ये ਜਿਹੜੀਆਂ चीज़ां कह रहे हैं पॉसीबल है कि नहीं। और एक तरफा ਜਿਹੜਾ ਉਹਨਾਂ चेंज का नारा लाया सीगा, बदलाव का लाया सी, ਇਹਦੇ 'ਚ भी कोई शक नहीं कि लोग अकाली दल ਨੂੰ भी वेख चुके सी, कांग्रेस ਨੂੰ भी वेख चुके सी। तो जिस तरह इन्हां दीयां गल्लां सुनते सी और लोगों ने मन 'ਚ एक फैसला बुला लिया भी बदलाव लेके आना, और ਉਹਦੇ ਇਸੇ ਕਰਕੇ ਹੀ ਜ਼ਿਆਦੀਆਂ ਵੋਟਾਂ ਉਹਨਾਂ ਨੂੰ ਪੈ ਗਈਆਂ। ਗੱਲ ਕਰੀ ਕਾਂਗਰਸ ਕਿੱਥੇ ਰਹਿ ਗਈ? ਕਿਉਂਕਿ ਕਾਂਗਰਸ ਨੇ 4.5 ਸਾਲ ਕੈਪਟਨ ਨੇ ਰਾਜ ਕੀਤਾ, ਵਿਕਾਸ ਉਦੋਂ ਵੀ ਹੋਇਆ। 111 ਦਿਨ ਚੰਨੀ ਸਾਹਿਬ ਨੇ ਵੀ ਕਾਫੀ ਜਿਹੜੀ ਉਹ ਦਾਅਵੇ ਕੀਤੇ ਜੀ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ, ਪਰ ਕਮੀ ਕਿੱਥੇ ਰਹਿ ਗਈ ਕਿਤੇ ਨਾ ਕਿਤੇ? ਦੇਖੋ, ਕਾਂਗਰਸ ਹਮੇਸ਼ਾ ਹੀ ਕਾਂਗਰਸ ਨੂੰ ਕੋਈ ਨਹੀਂ ਮਾਰ ਸਕਦਾ। ਕਾਂਗਰਸ ਨੂੰ ਕਾਂਗਰਸੀਆਂ ਨੇ ਆਪੋ ਜੀ ਮਾਰਿਆ ਹੁੰਦਾ। ਔਰ ਹੁਣ ਵੀ ਇੱਥੇ ਹੋਇਆ। ਸਾਡੀ ਜਿਹੜੀ ਆਪਸੀ ਜਿਹੜੀਆਂ ਬਿਆਨਬਾਜ਼ੀਆਂ ਸੀ ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ। ਨਹੀਂ, ਕੌਣ ਸੀ? ਨਵਜੋਤ ਸਿੰਘ ਸਿੱਧੂ ਸੀ, ਕੈਪਟਨ ਸਾਹਿਬ ਸੀ। ਮਤਲਬ ਕੈਪਟਨ ਸਾਹਿਬ ਤੇ ਪਾਸੇ ਹੋ ਗਏ ਸੀ, ਉਹਨਾਂ ਨੇ ਤੇ ਆਪਣੀ ਨਵੀਂ ਪਾਰਟੀ ਬਣਾ ਲਈ ਸੀ। ਔਰ CM ਦਾ ਔਰ ਪ੍ਰਧਾਨ ਦਾ ਤਾਲਮੇਲ ਰਹਿਣਾ ਬਹੁਤ ਜ਼ਰੂਰੀ ਹੁੰਦਾ। ਇੱਥੇ ਇਹ ਤਾਲਮਾਲ ਦੀ ਘਾਟ ਸੀਗੀ। ਔਰ ਮੁੱਖ ਮੰਤਰੀ ਜਿਹੜੇ ਕੰਮ ਕਰਦੇ ਸੀ ਉਹ ਸ਼ਾਇਦ ਪ੍ਰਧਾਨ ਸਾਹਿਬ ਨੂੰ ਚੰਗੇ ਨਹੀਂ ਸੀ ਲੱਗਦੇ, ਔਰ ਉਹਨਾਂ ਦੇ ਨਾਲ ਹੀ ਜਿਹੜੇ ਕੀਤੇ ਤੇ ਉਹ ਆਪਣੇ ਬਿਆਨਬਾਜ਼ੀ ਕਰਕੇ ਔਰ ਉਹਦੇ 'ਤੇ ਹੀ ਸਵਾਹ ਪਾ ਦਿੰਦੇ ਸੀ। ਔਰ ਲੋਕਾਂ ਦੇ ਮਨ 'ਚ ਇਹ ਗੱਲ ਆ ਗਈ ਸੀ ਕਿ ਕਾਂਗਰਸ ਤੇ ਆਪੋ 'ਚ ਹੀ ਲੜੀ ਜਾਂਦੀ ਹੈ ਨਾ ਸਰਕਾਰ ਕੀ ਬਣਾਉਣੀ ਆ, ਤੇ ਦੂਜੇ ਪਾਸੇ ਇਹ
ਬੜੇ ਬਦਲਾਅ ਵਾਲੀ ਗੱਲ ਚੱਲੀ ਸੀ ਉਹਦੇ ਪਾਸੇ ਰੁਖ ਕਰ ਲਿਆ ਲੋਕ। ਤੁਹਾਡਾ ਕਹਿਣਾ ਕਿ ਕਾਂਗਰਸ ਪੰਜਾਬ 'ਚੋਂ ਹਰੀ ਆ, ਸਿੱਧੂ ਸਾਹਿਬ ਦਾ ਕਰਕੇ ਹਰੀ? ਨਹੀਂ, ਸਿੱਧੂ ਸਾਹਿਬ ਦਾ ਮੈਂ ਇਕੱਲਿਆਂ ਦਾ ਨਹੀਂ ਕਹਿ ਸਕਦਾ। ਜਦੋਂ ਆਪੋ 'ਚ ਦੇਖੋ, ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀ ਦੇ ਵਿੱਚ ਜੇ ਮੁੱਖ ਮੰਤਰੀ ਹੋਵੇ ਤੇ ਨਾਲ ਪ੍ਰਧਾਨ ਜਿਹੜਾ ਪਾਰਟੀ ਦਾ, ਉਹਨਾਂ ਦੀ ਬਹੁਤ ਆਪੋ 'ਚ ਤਾਲਮੇਲ ਜ਼ਰੂਰੀ ਹੈ। ਜਿੱਥੇ ਉਹ ਘਾਟ ਰਹਿੰਦੀ ਉੱਥੇ ਨੁਕਸਾਨ ਹੁੰਦਾ, ਇੱਥੇ ਵੀ ਇਹ ਘਾਟ ਰਹੀ। ਪਰ ਜੇ ਗੱਲ ਕਰੀਏ ਬਾਕੀ ਹਲਕਿਆਂ ਤੇ ਕਿਵੇਂ ਆਮ ਆਦਮੀ ਪਾਰਟੀ ਦਾ ਅਸਰ ਪੈ ਗਿਆ? ਤੁਹਾਡੇ ਰਾਜਾ ਸਾਂਸੀ ਦੀ ਗੱਲ ਕਰੀਏ ਜਾਂ ਸੁੱਖੀ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਇਹਨਾਂ ਦੇ ਉੱਤੇ ਅਸਰ ਕਿਉਂ ਨਹੀਂ ਪਿਆ? ਕੀ ਕਾਰਨ ਰਿਹਾ ਹੈ? ਦੇਖੋ, ਇਹ ਤੇ ਮੇਰੇ ਹਲਕੇ ਦੇ ਲੋਕ ਹੀ ਦੱਸ ਸਕਦੇ ਆ। ਅਸੀਂ ਤੇ ਸੋਚਿਆ ਸੀ ਸਾਡੀ ਲੀਡ ਵੀ ਵੱਧ ਆਉਣੀ ਆ, ਸਾਡੀ ਲੀਡ ਘੱਟ ਆਈ ਆ, ਔਰ ਉਹ ਸਿਰਫ ਇਹਨਾਂ ਚੀਜ਼ਾਂ ਕਰਕੇ ਆਈ ਆ। ਮੈਂ ਤੇ ਹਮੇਸ਼ਾ ਜਦੋਂ ਦਾ ਵੀ ਰਾਜਾ ਸਾਂਸੀ ਹਲਕੇ 'ਚ ਆਇਆ ਔਰ ਆਪਣੇ ਹਲਕੇ ਨੂੰ ਆਪਣਾ ਘਰ ਸਮਝਿਆ, ਔਰ ਘਰ ਨੂੰ ਸਾਫ਼ ਸੁਥਰਾ ਰੱਖਣਾ, ਘਰ 'ਚ ਨੂੰ ਚੰਗੀ ਤਰ੍ਹਾਂ ਚਲਾਉਣਾ, ਇਹ ਮੇਰੀ ਜ਼ਿੰਮੇਵਾਰੀ ਸੀ। ਔਰ ਮੈਂ ਆਪਣੇ ਸੋਚ ਅਨੁਸਾਰ ਚੰਗੇ ਢੰਗ ਨਾਲ, ਇੱਕ ਤੇ ਕੋਈ ਵੀ ਮੈਂ ਨਜਾਇਜ਼ ਪਰਚਾ ਨਹੀਂ ਕਦੀ ਕਰਾਉਂਦਾ, ਜਿਸ ਤਰ੍ਹਾਂ ਕਿ ਅਕਾਲੀ ਦਲ 'ਚ ਪਹਿਲਾਂ ਹੁੰਦਾ ਰਿਹਾ। ਔਰ ਦੂਸਰਾ, ਕਦੀ ਇਹ ਨਹੀਂ ਤਿਆੜ-ਮੇੜ ਕੀਤਾ ਕਿ ਅਕਾਲੀ ਹੈ ਕਾਂਗਰਸੀ ਹੈ, ਨਿਰਪੱਖ ਹੋ ਕੇ ਕੰਮ ਕੀਤੇ ਆ। ਔਰ ਮੈਨੂੰ ਇਹ ਲੱਗਦਾ ਕਿ ਸਾਡੀ ਕਾਂਗਰਸ ਪਾਰਟੀ ਦੇ ਸਾਡੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਸਗੋਂ ਕੰਮ ਹੋਏ ਸੀਗੇ, ਉਹ ਇਸ ਵੇਲੇ ਬਦਲਾਅ ਵਾਲੇ ਰੁਖ 'ਚ ਆ ਕੇ ਉੱਧਰ ਨੂੰ ਬਦਲ ਗਏ। ਪਰ ਜਿਹੜੇ ਸਾਡੇ ਤੋਂ ਆਸ ਉਮੀਦ ਰੱਖਦੇ ਸੀ ਅਕਾਲੀ ਲੋਕ, ਜਿਹੜੇ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਸੀ, ਉਹ ਕਾਫੀ ਮੇਰੇ ਨਾਲ ਆਏ, ਔਰ ਇਸੇ ਵਜ੍ਹਾ ਕਰਕੇ ਮੈਂ ਇੱਥੋਂ ਜਿੱਤ ਪ੍ਰਾਪਤ ਕੀਤੀ। ਤੁਹਾਨੂੰ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਬਾਕੀ ਹਲਕਿਆਂ ਤੋਂ ਵੀ ਹਾਰ ਰਹੀ ਆ, ਉਹ ਤੁਹਾਡੇ ਆਪਣਿਆਂ ਨੇ ਹਰਾਇਆ? ਨਹੀਂ, ਆਪਣਿਆਂ ਨੇ ਹਰਾਉਣ ਨਹੀਂ ਗਏ ਇੱਕ ਦੂਜੇ ਨੂੰ। ਮੇਰਾ ਬਿਆਨਬਾਜ਼ੀ ਦੀ ਮੈਂ ਗੱਲ ਕਰਦਾ ਕਿ ਲੋਕਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਕਿ ਇਹਨਾਂ ਦਾ ਪ੍ਰਧਾਨ ਤੇ ਮੁੱਖ ਮੰਤਰੀ ਆਪੋ 'ਚ ਇੱਕ ਦੂਜੇ ਦੇ ਉਲਟ ਬੋਲੀ ਜਾਂਦੇ ਆ। ਉਹ ਚੀਜ਼ ਨੇ ਸਾਡਾ ਨੁਕਸਾਨ ਕੀਤਾ। ਆਮ ਆਦਮੀ ਪਾਰਟੀ ਵੀ ਵੱਡੇ ਵਾਅਦੇ ਕੀਤੇ ਆ ਲੋਕਾਂ ਦੇ ਨਾਲ, ਹੁਣ ਦਾਅਵੇ ਵੀ ਕੀਤੇ ਜਾ ਰਹੇ ਆ। ਭਗਵੰਤ ਮਾਨ ਹੁਣ ਦਾ ਕਹਿਣਾ ਕਿ ਸਹੁੰ ਚੁੱਕੋ ਤੋਂ ਬਾਅਦ ਹਰਾ ਪੈਨ ਫੜ ਲੈਣਾ, ਸਭ ਤੋਂ ਪਹਿਲਾਂ ਤੇ ਬੇਰੁਜ਼ਗਾਰੀ ਪੰਜਾਬ ਦੇ ਵਿੱਚੋਂ ਖਤਮ ਕਰਨੀ। ਨਹੀਂ, ਇੱਕ ਚੀਜ਼ ਤੇ ਮੈਂ ਵਧਾਈ ਦੇਣਾ ਆਮ ਪਾਰਟੀ ਨੂੰ, ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਇਹ ਗੱਲ ਦੀ ਵਧਾਈ ਦਊਂਗਾ ਕਿ ਉਹਨਾਂ ਨੇ ਖਟਕੜ ਕਲਾਂ ਜਿਹੜਾ ਫੈਸਲਾ ਕੀਤਾ ਸਹੁੰ ਚੁੱਕਣ ਦਾ। ਉਹ ਵੱਖਰੀ ਗੱਲ ਹੈ ਕਿ ਖਰਚਾ ਉੱਥੇ ਬਹੁਤ ਆ ਜਾਣਾ, ਪਰ ਫਿਰ ਵੀ ਉਹ ਐਸੀ ਪਵਿੱਤਰ ਜਗ੍ਹਾ ਆ ਜਿੱਥੇ ਜਾ ਕੇ ਉਹਨਾਂ ਸਹੁੰ ਚੁੱਕਣੀ। ਔਰ ਮੈਨੂੰ ਲੱਗਦਾ ਵੀ ਉਹਨਾਂ ਨੇ ਕਰਕੇ ਵਿਖਾਉਣਗੇ, ਕਿਉਂਕਿ ਸਾਡੇ ਤੇ ਵੀ ਇਹ ਇਲਜ਼ਾਮ ਲਾਉਂਦੇ ਸੀ ਕਿ ਕਾਂਗਰਸ ਦੇ ਫੈਸਲੇ ਸਾਰੇ ਦਿੱਲੀੋਂ ਆਉਂਦੇ ਆ, ਕਾਂਗਰਸ ਨੂੰ ਦਿੱਲੀ ਚਲਾਉਂਦੀ ਆ। ਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਖੁਦ ਫੈਸਲੇ ਲੈਣਗੇ। ਹੁਣ ਜਿਹੜਾ ਖਟਕੜ ਕਲਾਂ ਚੱਲੇ ਆ, ਕੋਈ ਦਿੱਲੀ ਦੁੱਲੀ ਦੀ ਪਰਵਾਹ ਨਹੀਂ ਕਰਨਗੇ। ਕੇਜਰੀਵਾਲ ਤੇ ਕੱਲ੍ਹ ਸਾਰਾ ਦਿਨ ਰੋਡ ਸ਼ੋਅ ਦੇ ਵਿੱਚ ਨਾ ਰਹੇ ਨੇ। ਇਹ ਤਾਂ ਹੁਣ ਭਗਵੰਤ ਮਾਨ ਹੀ ਦੱਸੂਗਾ ਜੀ। ਮੈਂ ਤੇ ਮੈਨੂੰ ਤੇ ਇਹੋ ਸੋਚ ਮੇਰੀ ਆਈ ਆ ਮੇਰੇ ਦਿਮਾਗ 'ਚ ਕਿ ਜਿਹੜਾ ਖਟਕੜ ਕਲਾਂ 'ਚ ਇਹਨੇ ਫੈਸਲਾ ਰੱਖਿਆ, ਉੱਥੇ ਇਹਨੇ ਇਹੋ ਹੀ ਆਪਣੇ ਮਨ 'ਚ ਫੈਸਲਾ ਕਰਨਾ ਕਿ ਮੈਂ ਦਿੱਲੀ ਦੀ ਪਰਵਾਹ ਨਹੀਂ ਕਰਨੀ ਤੇ ਮੈਂ ਆਪਣੀ ਮਨਮਰਜ਼ੀ ਨਾਲ ਪੰਜਾਬ ਦੇ ਲੋਕਾਂ ਲਈ ਕੰਮ ਕਰਨੇ ਆ। ਔਰ ਕਿਸੇ ਦਾ ਉੱਤੋਂ ਹਾਈ ਕਮਾਂਡ ਦਾ ਜਿਹੜਾ ਆ, ਹਾਂ ਠੀਕ ਆ, ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣੂਗਾ, ਪਰ ਫੈਸਲੇ ਆਪ ਲਊਗਾ। ਔਰ ਮਿਨਿਸਟਰੀ 'ਚ ਵੀ ਮੇਰਾ ਖਿਆਲ ਆ ਵੀ ਉਹ ਆਪਣੀ ਮਨਮਰਜ਼ੀ ਕਰੂਗਾ, ਚੰਗੇ ਫੈਸਲੇ ਲੈ। ਸਾਹਿਬ, ਜਦੋਂ ਕੱਲ੍ਹ ਰੋਡ ਸ਼ੋਅ ਹੋਇਆ ਤਾਂ ਕਾਫੀ ਲੋਕਾਂ ਨੇ ਹੁਣ ਵਿਰੋਧ ਕਰਨਾ ਵਿੱਚ ਸ਼ੁਰੂ ਕਰ ਦਿੱਤਾ ਕਿ ਉਹਦੇ ਵਿੱਚ ਰੋਡ ਵਿੱਚ ਬੱਸਾਂ ਦਾ ਜਿਹੜਾ ਵਾ ਉਹ ਇਸਤੇਮਾਲ ਕੀਤਾ ਗਿਆ। ਕਿਵੇਂ ਵੇਖਦੇ ਹੋ ਤੁਸੀਂ? ਦੇਖੋ, ਗੱਲ ਇਹ ਆ, ਇਹ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ, ਇਹ ਜਦੋਂ ਪ੍ਰੋਗਰਾਮ ਰੱਖੇ ਜਾਂਦੇ ਆ, ਰੈਲੀਆਂ ਰੱਖੀਆਂ ਜਾਂਦੀਆਂ ਆ, ਇਹ ਸੱਚਾਈ ਹੈ। ਔਰ ਬੱਸਾਂ ਲੈ ਕੇ ਤੇਲ ਆਪਣੇ ਕੋਲ ਪਵਾ ਦਿੰਦੇ ਆ ਪਾਰਟੀਆਂ ਵਾਲੇ, ਜਾਂ ਜਿਹੜੇ ਲੋਕਾਂ ਨੂੰ ਭੇਜਦੇ ਉਹ ਪਾਉਂਦੇ ਆ, ਤੇ ਬੱਸਾਂ ਜਾਂ ਪ੍ਰਾਈਵੇਟ ਲੋਕਾਂ ਦੀਆਂ ਫੜੀਆਂ ਜਾਂਦੀਆਂ ਸੀ। ਅਕਾਲੀ ਹੋਣ ਕਾਂਗਰਸੀ ਹੋਣ, ਇਹ ਚੱਲਦਾ ਰਿਹਾ। ਪਰ ਇਹਨਾਂ ਨੇ ਆਖਿਆ ਸੀ ਅਸੀਂ ਬਦਲਾਅ ਲੈ ਕੇ ਆਉਣਾ, ਤੇ ਅਸੀਂ ਤਾਂ ਸੋਚਿਆ ਸੀ ਪਹਿਲੀ ਗੱਲ ਤੇ ਵੀ ਜਦੋਂ ਜਿੱਤ ਗਏ ਸੀ ਇਹਦੀ ਲੋੜ ਕੀ ਸੀ? ਹੁਣ ਇਹਨਾਂ ਨੂੰ ਖਰਚਾ ਇੱਥੇ ਕਿੰਨਾ ਕਰ ਗਏ ਆ, ਕੀ ਲੋੜ ਸੀ? ਲੱਖਾਂ ਰੁਪਏ ਖਰਚ ਹੋ ਗਏ ਹੋਣੇ ਇਸ ਕੰਮ ਤੇ। ਔਰ ਪਹਿਲੀ ਵਾਰ ਮੈਂ ਵੇਖਿਆ ਕਿ ਸਰਕਾਰੀ ਬੱਸਾਂ, PRTC ਦੀਆਂ ਬੱਸਾਂ ਮੈਂ ਵੇਖੀਆਂ ਕੱਲ੍ਹ ਇੱਥੇ ਪਟਿਆਲਿਓਂ ਜਿਹੜੀਆਂ ਆਈਆਂ, ਔਰ ਰੋਡਵੇਜ਼ ਦੀਆਂ ਬੱਸਾਂ, ਉਹਨਾਂ 'ਤੇ ਬੰਦੇ ਲੈ ਕੇ ਆਏ। ਤਾਂ ਬਦਲਾਅ ਤਾਂ ਇਹੋ ਹੀ ਆ ਨਾ ਵੀ ਅਸੀਂ ਪ੍ਰਾਈਵੇਟ ਬੱਸਾਂ ਲੈਂਦੇ ਹਾਂ, ਉਹਨਾਂ ਨੇ ਸਰਕਾਰੀ ਲੈਣ ਦੀਆਂ। ਪਰ ਹੁਣ ਲਗਾਤਾਰ ਕਹਿ ਰਹੇ ਕਿ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਕਰਾਂਗੇ, ਨਸ਼ਾ ਮੁਕਤ ਕਰਾਂਗੇ। ਕੀ 5 ਸਾਲ ਕਾਂਗਰਸੀ ਸਰਕਾਰ ਰਹੀ ਆ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਜਾਂ ਆਮ ਆਦਮੀ ਪਾਰਟੀ ਖਤਮ ਕਰੂਗੀ? ਦੇਖੋ, ਨਸ਼ੇ ਦੀ ਜਿਹੜੀ ਗੱਲ ਆ, ਇਹ ਬੜੀ ਮਾੜਾ ਪੰਜਾਬ ਨੂੰ ਕੋਹੜ ਲੱਗਾ ਆ। ਅਸੀਂ ਕੋਸ਼ਿਸ਼ ਕੀਤੀ ਸੀ, ਇਹ ਮੈਂ ਨਹੀਂ ਆਂਦਾ ਕਿ 100% ਬੰਦ ਹੋਇਆ, ਵਿੱਚ ਵੇਖਦਾ ਰਹੀ ਸੀ। ਜੋ ਅਕਾਲੀਆਂ ਵੇਲੇ ਹਾਲ ਸੀ ਉਹ ਤੁਸੀਂ ਵੀ ਵੇਖਦੇ ਰਹੇ ਹੋ, ਉਹ ਤੋਂ ਉਹਦੇ 'ਚ ਕਾਫੀ ਫਰਕ ਪੈ ਗਿਆ ਸੀ। ਬੰਦ ਨਹੀਂ ਹੋ ਸਕਿਆ, ਪਰ ਅੱਗੇ ਨੂੰ ਘਟ ਬਹੁਤ ਗਿਆ ਸੀ। ਚੰਗੀ ਗੱਲ ਹੈ, ਇਹ ਬਿਲਕੁਲ ਬੰਦ ਕਰਾ ਦੇਣ, ਸਾਨੂੰ ਖੁਸ਼ੀ ਹੋਊਗੀ। ਪਰ ਰੁਜ਼ਗਾਰ ਦੀ ਗੱਲ ਕੀਤੀ ਜਾ ਰਹੀ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਹਿੰਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਬੇਰੁਜ਼ਗਾਰੀ ਪੰਜਾਬ 'ਚੋਂ ਖਤਮ ਕੀਤੀ ਜਾਊਗੀ। ਤੁਹਾਨੂੰ ਲੱਗਦਾ ਸੱਤਾ ਦੇ ਵਿੱਚ ਤੁਸੀਂ ਰਹੇ ਹੋ, ਬੇਰੁਜ਼ਗਾਰੀ ਪੰਜਾਬ 'ਚੋਂ ਖਤਮ ਹੋ ਸਕਦੀ ਹੈ? ਦੇਖੋ, ਗੱਲ ਇਹ ਆ, 25 ਲੱਖ ਨੌਕਰੀ ਇਹਨਾਂ ਕਹੀ ਹੈ ਵੀ ਪੰਜਾਬ ਦੇ ਲੋਕਾਂ ਨੂੰ 25 ਲੱਖ ਨੌਕਰੀ ਦੇਣੀ ਹੈ। ਪੰਜਾਬ ਦੇ ਵਿੱਚ ਟੋਟਲ 2.5 ਪੌਣੇ 3 ਲੱਖ ਨੌਕਰੀ ਹੈ।
ਜਿਹੜੀ ਸਰਕਾਰੀ ਨੌਕਰੀ ਹੈ। 25,000 ਦੇ ਹਿਸਾਬ ਨਾਲ ਇੱਕ ਹਲਕੇ ਦੀ 20-21,000 ਨੌਕਰੀ ਆ ਜਾਂਦੀ ਆ, ਅਤੇ ਇਕੱਲੇ ਪਿੰਡ 'ਚ 200-250 ਮੁੰਡਾ ਕੁੜੀਆਂ ਜਿਹੜੇ ਉਹ ਭਰਤੀ ਹੋ ਜਾਣਗੇ। ਕਿੱਥੇ ਇਹਨਾਂ ਨੇ ਪਾਕਿਸਤਾਨ 'ਚ ਭਰਤੀ ਕਰਾਉਣੇ ਆ ਜਾ ਕੇ, ਜਾਂ ਹਰਿਆਣੇ 'ਚ ਕਰਾ ਦੇਣੇ ਜਾਂ ਦਿੱਲੀ ਕਰਾਉਣੇ ਆ। ਇਹੋ ਜਿਹੀਆਂ ਚੀਜ਼ਾਂ ਪਤਾ ਨਹੀਂ ਲੋਕੀ ਸੋਚਦੇ ਕਿਉਂ ਨਹੀਂ ਵੀ ਜਿਹੜੀ ਨੌਕਰੀ ਪੰਜਾਬ 'ਚ ਇੰਨੀ ਆ ਉਹ ਕਿੱਥੇ ਭਰਤੀ। ਇਹੋ ਜਿਹੀਆਂ ਚੀਜ਼ਾਂ ਗੁੰਮਰਾਹਕੁਨ ਵਿਚਾਰ ਕਰਕੇ ਲੋਕਾਂ ਦੇ ਮਨ 'ਚ ਆ ਗਿਆ ਨਾ ਵੀ ਪਤਾ ਨਹੀਂ ਕਾਂਗਰਸ ਨੇ ਕਿਹਾ ਸੀ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ, ਉਹਨਾਂ 'ਤੇ ਪੂਰਾ ਨਹੀਂ ਕੀਤਾ ਅਤੇ ਇਹ ਕਰ ਦੂਗਾ। ਅਤੇ ਇਸੇ ਕਰਕੇ ਜਦੋਂ ਉਸ ਤਰ੍ਹਾਂ ਕੈਪਟਨ ਸਾਹਿਬ 'ਤੇ ਵਿਸ਼ਵਾਸ ਕੀਤਾ, ਯਾਰਕਾਂ ਇੱਥੇ ਕਰ ਲਿਆ। ਪਰ ਕੇਜਰੀਵਾਲ ਕਹਿ ਰਿਹਾ ਕਿ ਅਸੀਂ ਮਾਈਨਿੰਗ ਵਿਭਾਗ ਦੇ ਵਿੱਚੋਂ, ਤੁਸੀਂ ਵੀ ਮੰਤਰੀ ਰਹੇ ਹੋ, ਮਾਈਨਿੰਗ ਵਿਭਾਗ ਦੇ ਵਿੱਚੋਂ ਰੈਵਨਿਊ ਵਧਾਵਾਂਗੇ, ਐਕਸਾਈਜ਼ ਮਹਿਕਮੇ 'ਚੋਂ ਵਧਾਵਾਂਗੇ। ਤੁਹਾਨੂੰ ਲੱਗਦਾ ਕਿ ਤੁਸੀਂ ਵੀ ਕਾਫੀ ਸਮਾਂ ਵਿਭਾਗ ਤੁਹਾਡੇ ਕੋਲ ਰਿਹਾ ਵਾ, ਤੁਸੀਂ ਲਗਾਤਾਰ ਦਾਅਵੇ ਕਰਦੇ ਰਹੇ ਕਿ ਮੈਂ ਪੰਜਾਬ ਨੂੰ ਉੱਪਰ ਲੈ ਕੇ ਆ, ਇਹਦੇ ਵਿੱਚੋਂ ਕਾਫੀ ਪ੍ਰੋਫਿਟ ਹੋਇਆ ਰੇਟ ਦੇ ਵਿੱਚ। ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਇਹ ਸਾਰਾ ਕੁਝ ਕਰ ਪਾਊਗੀ? ਦੇਖੋ, ਮਾਈਨਿੰਗ ਇੱਕ ਐਸਾ ਇਸ਼ੂ ਹੈ ਜਿਹਦੇ 'ਤੇ ਨਾ ਸਾਰੇ ਇਸ ਵੇਲੇ ਦੁਨੀਆ ਦਾ ਕੋਈ ਵੀ ਪੰਜਾਬੀ ਆ ਉਹਦੇ ਮਨ 'ਚ ਵੀ ਇਹ ਆ ਵੀ ਮਾਈਨਿੰਗ 'ਚ ਪਤਾ ਨਹੀਂ ਕਿੰਨਾ ਕੁ ਘਪਲਾ, ਔਰ ਇਹਦੇ 'ਚ ਪਤਾ ਨਹੀਂ ਕਿੰਨਾ ਕਰੋੜਾਂ ਰੁਪਈਏ ਦੀ ਲੁੱਟ ਖਸੁੱਟ। ਹੁਣ ਮੈਂ ਡਿਟੇਲ 'ਚ ਤਾਂ ਨਹੀਂ ਤੁਹਾਨੂੰ ਇੱਥੇ ਦੱਸ ਸਕਦਾ ਤੁਹਾਡੇ ਦਰਸ਼ਕਾਂ ਨੂੰ, ਪਰ ਮੈਂ ਪਹਿਲਾਂ ਵੀ ਇੰਟਰਵਿਊ ਦਿੰਦਾ ਰਿਹਾ। 4 ਕਰੋੜ ਟਨ ਜਿਹੜਾ ਮਾਲ ਪੰਜਾਬ ਦੇ ਵਿੱਚ ਵਿਕਦਾ। ਸਾਡੇ ਤੋਂ ਪਹਿਲਾਂ 10 ਸਾਲ ਅਕਾਲੀ ਰਹੇ, 2 ਸਾਲ ਸਾਡੇ ਵੀ ਲੰਘ ਗਏ ਸੀ, ਅਤੇ ਰੈਵਨਿਊ 40 ਕਰੋੜ ਆਉਂਦਾ ਹੁੰਦਾ ਸੀ ਸਾਲ ਦਾ। 40-42 ਕਦੀ 38 ਰਹਿ ਗਿਆ। ਮੈਂ ਨਵੀਂ ਪਾਲਿਸੀ ਬਣਾਈ, ਮੇਰਾ ਟਾਰਗੇਟ ਸੀ 300 ਕਰੋੜ ਦਾ, ਪਰ ਮੈਂ ਅਚੀਵ ਨਹੀਂ ਕਰ ਸਕਿਆ, ਪਰ ਅਸੀਂ 250 ਕਰੋੜ 'ਤੇ ਪਹੁੰਚ ਗਏ। ਦੂਜੇ 6 ਮਹੀਨੇ 1.5 ਸਾਲ ਮੈਂ ਇਹ ਕੰਮ ਚਲਾਇਆ। ਉਸ ਤੋਂ ਬਾਅਦ ਤੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ, ਮਹਿਕਮਾ ਉਹਨਾਂ ਕੋਲ ਚਲਾ ਗਿਆ ਸੀ, ਪਰ ਉਸ ਤੋਂ ਪਹਿਲੋਂ 1.5 ਸਾਲ ਦੇ ਵਿੱਚ ਮੈਂ 400 ਕਰੋੜ ਰੁਪਈਆ ਰੈਵਨਿਊ ਜਿਹੜਾ ਇਕੱਠਾ ਕਰਕੇ ਆਪਣੀ ਪਾਲਿਸੀ ਦੇ ਅਨੁਸਾਰ ਸਰਕਾਰ ਦੇ ਖਾਤੇ 'ਚ ਪਿਆ। ਕੇਜਰੀਵਾਲ ਸਾਹਿਬ ਕਹਿੰਦੇ ਆ ਕਿ 24,000 ਕਰੋੜ ਰੁਪਈਆ ਮਾਈਨਿੰਗ 'ਚੋਂ ਆਉਣਾ। ਮੈਂ ਇਲੈਕਸ਼ਨ ਦੇ ਦੌਰਾਨ ਵੀ ਕਿਹਾ ਸੀ ਕਿ ਮੈਂ ਸਿਆਸਤ ਛੱਡ ਦੂੰਗਾ ਜੇ 1,000 ਕਰੋੜ ਨੂੰ ਵੀ ਇਹ ਮਾਈਨਿੰਗ 'ਚੋਂ ਟੱਚ ਕਰ ਜਾਣ, ਬਸ਼ਰਤੇ ਆ ਕਿ ਰੇਟ 'ਤੇ ਕੰਟਰੋਲ ਰੱਖਣ। ਇਹ ਨਹੀਂ ਕਿ ਰੇਟ 4,000 ਰੁਪਈਏ ਨੂੰ ਸੈਂਕੜਾ ਜਿਹੜੀ ਆ ਰੇਤ ਵਿਕੇ। ਇਹ 1000 ਕਹਿੰਦੇ ਆ, 1000 ਨੂੰ ਅਸੀਂ ਵੇਚਾਂਗੇ, ਮੈਂ ਨਾ 1500 ਨੂੰ ਵੇਚ ਲਾਂ, 1800 ਤੱਕ ਵੀ ਮੈਂ ਕਹਿੰਦਾ ਵੇਚ ਕੇ, ਅਤੇ 500 ਕਰੋੜ ਵੀ ਰੈਵਨਿਊ ਜਦੋਂ ਕਰਨਗੇ ਤਾਂ ਮੈਂ ਮੰਨ ਜਾਊਂਗਾ। ਇਹ ਪੋਸੀਬਲ ਨਹੀਂ ਗੱਲਾਂ, ਇਹ ਹਵਾਈ ਗੱਲਾਂ ਨੇ। ਅਸੀਂ ਗਰਾਊਂਡ 'ਤੇ ਕੰਮ ਕੀਤਾ, ਵੇਖਿਆ। ਇੱਕ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਜਿਹੜੇ ਪੰਜਾਬ ਦੇ ਲੋਕ ਮਾਈਨਿੰਗ ਕਰਦੇ ਸੀ, ਪਤਾ ਨਹੀਂ ਇਹਦੇ 'ਚ ਕਿੰਨਾ ਕੁ ਘਪਲਾ ਆ, ਉਹਨਾਂ ਨੂੰ ਵੀ ਚਾਨਣ ਹੋ ਜਾਊਗਾ ਹੁਣ ਚੰਗੀ ਤਰ੍ਹਾਂ, ਕਿਉਂਕਿ ਇਹਨਾਂ 'ਤੇ ਵਿਸ਼ਵਾਸ ਕੀਤਾ ਸੀ ਲੋਕਾਂ ਨੇ, ਤਾਂ ਹੀ ਇਹਨਾਂ ਨੂੰ ਵੋਟਾਂ ਪਾਈਆਂ। ਹੁਣ 20,000 ਕਰੋੜ ਰੁਪਈਆ ਇਹ ਐਕਸਾਈਜ਼ 'ਚੋਂ ਕਹੀ ਜਾਂਦੇ ਆ, 6,500-7,000 ਕਰੋੜ ਆਉਂਦਾ। ਕਾਰਪੋਰੇਸ਼ਨ ਇਹ ਬਣਾਉਣੀ ਚਾਹੁੰਦੀ, ਔਰ ਮੈਂ ਪਹਿਲੇ ਸਾਲ ਫੇਲ ਹੋਣਗੇ, ਇਹਨਾਂ ਰੈਵਨਿਊ ਨਹੀਂ ਇਹਨਾਂ ਨੂੰ ਆਉਣਾ। ਮੈਂ ਕਹਿੰਦਾ ਵਧਾਇਆ ਜਾ ਸਕਦਾ, ਪਰ ਇਸ ਤਰ੍ਹਾਂ ਨਹੀਂ ਕਿ ਸਿੱਧਾ ਤੁਸੀਂ ਇਹਨਾਂ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਰੈਵਨਿਊ ਮਾਈਨਿੰਗ 'ਚੋਂ ਵੀ ਵੱਧ ਸਕਦਾ, ਇਹਦੇ 'ਚੋਂ ਵੀ ਵੱਧ ਸਕਦਾ, ਪਰ ਇੰਨਾ ਨਹੀਂ ਜਿੰਨਾ ਇਹ ਸੋਚਦੇ ਆ। ਪਰ ਉਹਨਾਂ ਵੱਲੋਂ ਔਰਤਾਂ ਨੂੰ 1000 ਰੁਪਈਆ ਭੱਤਾ ਦੇਣ ਦੀ ਵੀ ਗੱਲ ਕੀਤੀ ਆ। ਬੜੇ ਤਗੜੇ ਵਾਅਦੇ ਜਿਹੜੇ ਉਹ ਕੀਤੇ ਜਾ ਰਹੇ, ਪੰਜਾਬ ਦੇ ਲੋਕ ਵੇਖ ਰਹੇ ਨੇ ਕਿ ਸਹੁੰ ਚੁੱਕ ਤੋਂ ਬਾਅਦ ਕਦੋਂ ਪੂਰੇ ਹੁੰਦੇ ਨੇ। ਦੇਖੋ, ਗੱਲ ਇਹ ਆ, ਇਹਨਾਂ ਨੇ ਜਿਹੜੇ ਵਾਅਦੇ ਕੀਤੇ ਇਹੋ ਸੋਚਣਾ ਕੀਤੇ ਆ ਨਾ ਕਿ 24,000 ਕਰੋੜ ਮਾਈਨਿੰਗ 'ਚੋਂ ਆ ਜਾਣਾ, 20,000 ਕਰੋੜ ਸਾਨੂੰ ਐਕਸਾਈਜ਼ 'ਚੋਂ ਆ ਜਾਣਾ, ਅਤੇ ਜਿਹੜੇ 1000 ਰੁਪਈਆ ਜੇ ਲੇਡੀਜ਼ ਨੂੰ ਦੇਵਾਂਗੇ ਉਹਦੇ ਨਾਲ 600-700 ਕਰੋੜ ਰੁਪਈਆ ਖਰਚਾ ਆ ਜਾਊਗਾ, ਇਹਦੋਂ ਵੱਧ ਤਾਂ ਆਉਣਾ ਨਹੀਂ। ਅਤੇ ਇਹ ਸਾਰੀਆਂ ਚੀਜ਼ਾਂ ਸੋਚ ਕੇ ਹੀ ਤਾਂ ਉਹਨਾਂ ਨੇ ਪਲੈਨਿੰਗਾਂ ਕੀਤੀਆਂ, ਪਰ ਜਿੱਦਣ ਗਰਾਊਂਡ ਰਿਐਲਿਟੀ 'ਤੇ ਪਹੁੰਚਣਗੇ ਉਦੋਂ ਪਤਾ ਲੱਗੂਗਾ। ਮੁੱਖ ਮੰਤਰੀ ਚੰਨੀ ਹੋਣਾ ਦੇ ਵੱਲੋਂ 111 ਦਿਨ ਸਰਕਾਰ ਚਲਾਈ ਗਈ, ਕੀ ਪੰਜਾਬ ਦੇ ਲੋਕਾਂ ਨੂੰ ਰਾਸ ਨਹੀਂ ਆਈ? ਇੱਕ ਵੀ ਸੀਟ ਨਹੀਂ ਜਿੱਤ ਪਾਏ ਮੁੱਖ ਮੰਤਰੀ ਚੰਨੀ। ਦੇਖੋ, ਚੰਨੀ ਹੋਰਾਂ ਦੀ ਜਿਹੜੀ ਤੇ ਗੱਲ ਸੀ ਨਾ ਜੀ ਭਦੌੜ ਦੀ, ਉਹ ਤਾਂ ਪਾਰਟੀ ਦਾ ਫੈਸਲਾ ਸੀ। ਜਿੱਥੋਂ ਚਮਕੌਰ ਸਾਹਿਬ ਵਾਲੀ ਗੱਲ ਸੀ, ਚੰਨੀ ਹੋਰੀ ਜਿੱਤਦੇ ਸੀ, ਉੱਥੇ ਸਾਰੀਆਂ ਪਾਰਟੀਆਂ ਰਲ ਗਈਆਂ, ਔਰ ਅਕਾਲੀ ਦਲ ਨੇ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਆਪਣੇ ਕੈਂਡੀਡੇਟ ਨੂੰ, ਆਪਣੇ ਵਰਕਰਾਂ ਨੂੰ ਸਿਨੇ ਲਾਤੇ ਕਿ ਆਮ ਪਾਰਟੀ ਨੂੰ ਵੋਟਾਂ ਪਾ ਦਿਓ, ਚੰਨੀ ਨੂੰ ਹਰਾਓ। ਔਰ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਪਿਛਲੀ ਵਾਰ 24,000 ਵੋਟ ਪਈ ਸੀ ਇੱਥੇ ਅਕਾਲੀ ਦਲ ਨੂੰ, ਐਰਕਾਂ 2400 ਪਈ ਹੈ। ਇਹਦਾ ਕਾਰਨ ਇਹੋ ਹੀ ਹੈ ਨਾ, ਦੂਜੀਆਂ ਪਾਰਟੀਆਂ ਨੇ ਵੀ ਉੱਧਰ ਸਾਰੇ ਪਾਸੇ ਨੂੰ ਝੁਕਾਅ ਹੋ ਗਿਆ ਵੀ ਇਹਨੂੰ ਹਰਾਉਣਾ। ਪ੍ਰਕਾਸ਼ ਸਿੰਘ ਬਾਦਲ 5 ਵਾਰ ਦੇ ਮੁੱਖ ਮੰਤਰੀ ਬਣੇ ਨੇ, ਆਪਣੀ ਸੀਟ ਨਹੀਂ ਬਚਾ ਪਾਏ। ਸੁਖਬੀਰ ਬਾਦਲ ਜਿਹੜੇ ਨੇ ਪਾਰਟੀ ਦੇ ਪ੍ਰਧਾਨ ਨੇ, ਉਹ ਵੀ ਆਪਣੀ ਸੀਟ ਨਹੀਂ ਬਚਾ ਪਾਏ। ਦੇਖੋ, ਅਕਾਲੀ ਦਲ ਨੂੰ ਤੇ ਪਹਿਲਾਂ ਹੀ ਲੋਕ ਨਫ਼ਰਤ ਕਰਦੇ ਆ। ਹੁਣ ਅਕਾਲੀ ਦਲ ਤੇ ਸੋਚਣਾ ਹੀ ਭੁੱਲ ਜਾਵੇ ਨਾ ਕਿ ਇਹਦੇ 'ਚ ਆ ਜਾਣਾ। ਹਾਂ, ਨਵਾਂ ਅਕਾਲੀ ਦਲ ਬਣੂਗਾ, ਉਹ ਨਵੇਂ ਤੌਰ 'ਤੇ ਕੋਈ ਆਪਣੇ ਸਿਧਾਂਤਕ ਫੈਸਲੇ ਲੈਣਗੇ, ਅਤੇ ਰਵਾਇਤੀ ਪਾਰਟੀ ਔਰ ਰੀਜਨਲ ਪਾਰਟੀ ਇੱਕ ਹੋਣੀ ਵੀ ਚਾਹੀਦੀ ਹੈ। ਔਰ
ਫਿਰ ਜਾ ਕੇ ਖੜਾ ਹੋਊਗਾ। ਮੈਨੂੰ ਨਹੀਂ ਲੱਗਦਾ ਕਿ ਇਸ ਸੈਟਅਪ ਦੇ ਨਾਲ ਇਹ ਰਿਵਾਈਵ ਕਰ ਸਕਦਾ। ਸਰ ਪੰਜਾਬ ਦੇ ਵਿੱਚ ਚਲੋ ਇੱਕ ਰੇੜਕਾ ਚੱਲ ਰਿਹਾ ਸੀ ਕਾਂਗਰਸ ਦਾ ਆਪਣੇ ਵਿਚਕਾਰ, ਬਾਕੀ ਸਟੇਟਾਂ ਦੇ ਵਿੱਚ ਵੀ ਕਾਂਗਰਸ ਨੂੰ ਵੱਡੀ ਹਾਰ ਮਿਲੀ ਹੈ ਜੀ। ਮੈਂ ਵੇਖੋ ਬਾਕੀ ਸਟੇਟਾਂ ਦਾ ਤੇ ਮੈਨੂੰ ਪਤਾ ਨਹੀਂ, ਮੈਂ ਆਪਣੀ ਸਟੇਟ ਦੀ ਗੱਲ ਜ਼ਰੂਰ ਕਰਦਾ। ਬਾਕੀ ਸਟੇਟਾਂ ਦੇ ਤੇ ਉੱਥੋਂ ਦੇ ਸਟੇਟ ਵਾਲੇ ਹੀ ਦੱਸ ਸਕਦੇ ਆ ਵੀ ਕੀ ਕਾਰਨ ਹੋਏ ਨੇ। ਸਾਡੇ ਜਿਹੜੀਆਂ ਦੋ ਹੀ ਕਾਰਨ ਹੋਈਆਂ, ਇੱਕ ਤੇ ਸਾਡੀ ਜਿਹੜੀ ਆਪਸੀ ਲੜਾਈ ਔਰ ਦੂਸਰਾ ਜਿਹੜੇ ਇਹਨਾਂ ਦੇ ਸਬਜ਼ ਬਾਗ ਸੀ ਆਮ ਪਾਰਟੀ ਦੇ, ਉਹਦੇ 'ਚ ਲੋਕੀ ਬਹਿ ਗਏ ਔਰ ਉਹਨਾਂ ਦੀ ਸਰਕਾਰ ਬਣਾ ਲਈ। ਵੱਡੀ ਹਾਰ ਤੋਂ ਬਾਅਦ ਪਾਰਟੀ ਹਾਈ ਲੈਵਲ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ, ਕਿਸੇ ਤਰ੍ਹਾਂ ਦਾ ਕੋਈ ਪ੍ਰੋਪੋਗੰਡਾ ਕੀਤਾ ਜਾ ਰਿਹਾ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਖੜੀ ਕਰਨ ਨੂੰ? ਨਹੀਂ ਪਾਰਟੀ ਤੇ ਰਿਵਾਈਵ ਹੋਊਗੀ, ਪਾਰਟੀ ਦੀ ਕੋਈ ਗੱਲ ਨਹੀਂ। ਸਾਡੇ ਤੁਸੀਂ ਵੇਖੋ ਇਹ ਨਹੀਂ ਚੱਕਰ ਹੈਗਾ, ਅਸੀਂ ਪਾਰਲੀਮੈਂਟ 'ਚ ਬੜਾ ਚੰਗਾ ਆਪਣੇ ਆਪ ਨੂੰ ਸਿੱਧ ਕਰਕੇ ਆਵਾਂਗੇ। ਹੁਣ ਅਜੇ ਤੇ ਇਹਨਾਂ ਨੂੰ ਵੇਖੋ ਨਾ, ਜਿਹੜੇ ਇਹਨਾਂ ਨੇ ਲੋਕਾਂ ਨੂੰ ਚੀਜ਼ਾਂ ਵਿਖਾਈਆਂ ਵੀ ਇਹ ਜਦੋਂ ਪੂਰੀਆਂ ਕਰਨਗੇ ਸਾਨੂੰ ਖੁਸ਼ੀ ਹੋਵੇ। ਪਰ ਮੈਨੂੰ ਆਹ ਸਭ ਤੋਂ ਵੱਧ ਖੁਸ਼ੀ ਹੈ ਜਿਹੜੀ ਭਗਵੰਤ ਮਾਨ ਹੋਰੀ ਜਿਹੜੇ ਸ਼ਹੀਦ ਭਗਤ ਸਿੰਘ ਦੇ ਸਥਾਨ 'ਤੇ ਜਾ ਕੇ ਜਿਹੜੇ ਸਹੁੰ ਖਾਣ ਲੱਗੇ ਆ ਔਰ ਉੱਥੇ ਜਾ ਕੇ ਉਹਨਾਂ ਸਹੁੰ ਖਾਣੀ ਆ ਔਰ ਉਹਨਾਂ ਦੇ ਆਪਣੇ ਮਨ 'ਚ ਫੈਸਲਾ ਕੀਤਾ ਹੋਊਗਾ ਔਰ ਚਾਹੀਦਾ ਵੀ ਹੈ ਪੰਜਾਬ ਖੁਦ ਭਗਵੰਤ ਮਾਨ ਚਲਾਵੇ, ਕੋਈ ਦਿੱਲੀ ਵਾਲਾ ਕੋਈ ਫੈਸਲਾ ਨਾ ਲਵੇ। ਭਗਵੰਤ ਮਾਨ ਨੇ ਇੱਕ ਮੈਸੇਜ ਵੀ ਦਿੱਤਾ ਜਿਹੜੇ ਐਮਐਲਏ ਬਣਾਏ ਨੇ ਕਿ ਤੁਸੀਂ ਚੰਡੀਗੜ੍ਹ ਆਣ ਕੇ ਨਹੀਂ ਬੈਠਣਾ, ਜਿੱਥੋਂ ਤੁਸੀਂ ਜਿੱਤੇ ਉੱਥੇ ਮੰਜੀਆਂ ਡਾ ਕੇ ਬੈਠੋ, ਲੋਕਾਂ ਦੇ ਕੰਮ ਕਰੋ। ਕਿਵੇਂ ਵੇਖਦੇ ਹੋ ਭਗਵੰਤ? ਬਿਲਕੁਲ ਚੰਗੀ ਗੱਲ ਹੈ ਜੀ, ਚੰਗੀ ਗੱਲ ਹੈ। ਮੈਂ ਤਾਂ ਤਦੇ ਆਖਿਆ ਵੀ ਭਗਵੰਤ ਮਾਨ ਜੀ ਫੈਸਲੇ ਖੁਦ ਲੈਣ ਵਾਲੇ ਹੋਣਗੇ ਤੇ ਫਿਰ ਤੇ ਬਹੁਤ ਵਧੀਆ ਕੰਮ ਚੱਲੇਗਾ। ਔਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਜਿਹੜੀ ਉੱਥੇ ਜਾ ਕੇ ਪ੍ਰੋਗਰਾਮ ਇਹਨੇ ਸੋਚਿਆ ਆ, ਉੱਥੇ ਇਹੋ ਹੀ ਸਹੁੰ ਲੈ ਕੇ ਇਹਨੇ ਆਉਣੀ ਆ ਕਿ ਮੈਂ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ, ਪੰਜਾਬ ਦੇ ਐਮਐਲਏ ਨਾਲ ਸਲਾਹ ਕਰਕੇ ਫੈਸਲੇ ਲੈਣੇ ਆ, ਨਾ ਕਿ ਮੈਂ ਦਿੱਲੀ ਵਾਲਿਆਂ ਦਾ ਹੁਕਮ ਮੰਨਣਾ। ਪਰ ਕੁਝ ਲੋਕ ਜਿਹੜੇ ਸੀ ਕੇਜਰੀਵਾਲ ਤੇ ਸਵਾਲ ਚੁੱਕਦੇ ਸੀ ਕਿ ਕੇਜਰੀਵਾਲ ਪੰਜਾਬ ਦਾ ਭਲਾ ਨਹੀਂ ਕਰ ਸਕਦਾ। ਤੁਸੀਂ ਦੇਖਿਆ ਕਿ 10 ਤਰੀਕ ਤੋਂ ਜਦੋਂ ਨਤੀਜੇ ਬਾਅਦ ਆਏ ਤਾਂ ਸਾਰਾ ਤਖਤਾ ਇੱਕ ਸਾਈਡ ਨੂੰ ਪਲਟ ਗਿਆ। ਕਿਵੇਂ ਵੇਖਦੇ? ਦੇਖੋ ਕੇਜਰੀਵਾਲ ਤਦੇ ਤੇ ਮੈਂ ਆਖ ਰਿਹਾ ਜੀ ਵੀ ਕੇਜਰੀਵਾਲ ਹੁਣ ਪਤਾ ਲੱਗ ਜਾਊਗਾ ਵੀ ਤਖਤਾ ਪਲਟਦਾ ਜਾਂ ਕੀ ਕਰਦਾ। ਔਰ ਮੇਰਾ ਨਹੀਂ ਖਿਆਲ ਉਹਨਾਂ ਨੂੰ ਦਖਲ ਵੀ ਦੇਣਾ ਚਾਹੀਦਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਵੀ ਪੰਜਾਬ ਦੇ ਫੈਸਲੇ ਪੰਜਾਬ ਵਾਲੇ ਖੁਦ ਲੈਣਗੇ ਔਰ ਭਗਵੰਤ ਮਾਨ ਜੀ ਵਧੀਆ ਫੈਸਲੇ ਲੈਣ, ਅਸੀਂ ਵੀ ਉਹਨਾਂ ਦਾ ਸਵਾਗਤ ਕਰਾਂਗੇ। ਤੁਹਾਡੇ ਹਲਕੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੀ ਗੱਲ ਕਰੀਏ ਤਾਂ 2 ਜ਼ਿਲ੍ਹਿਆਂ ਦੇ ਵਿੱਚੋਂ ਇਕੱਲੀ ਸੀਟ ਹੈ ਜਿਹੜੀ ਕਾਂਗਰਸ ਦੀ ਤੁਸੀਂ ਪ੍ਰਾਪਤ ਕੀਤੀ ਆ। ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤੇ ਹਲਕੇ ਵਾਲਿਆਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਿਹਾ ਔਰ ਇਹ ਮੇਰੀ ਜਿੱਤ ਨਹੀਂ, ਉਹਨਾਂ ਦੀ ਜਿੱਤ ਆ। ਔਰ ਜਿਸ ਤਰ੍ਹਾਂ ਵੀ ਮੈਂ ਲਗਾਤਾਰ ਇਹ ਚੌਥੀ ਮੇਰੀ ਜਿੱਤ ਆ, ਪਰ ਇਹ ਸਾਰਾ ਉਹਨਾਂ ਦੇ ਕਰਕੇ ਹੋਇਆ। ਉਹਨਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਔਰ ਜਿੱਥੋਂ ਤੱਕ ਡਿਵੈਲਪਮੈਂਟ ਦੀ ਗੱਲ ਸੀ ਬਾਕੀ ਹਲਕਿਆਂ 'ਚ ਵੀ ਹੋਈ ਹੈ, ਮੈਂ ਵੀ ਕਰਾਈ ਹੈ। ਪਰ ਮੇਰੇ ਮਨ 'ਚ ਕਦੀ ਮੈਂ ਇਹ ਨਹੀਂ ਸੋਚਿਆ ਕਿ ਆਹ ਚੀਜ਼ ਰਹਿਣ ਦੇਵਾਂ, ਫਲਾਣਾ ਇਹ ਅਕਾਲੀ ਦਲ ਦਾ ਨਿਰਪੱਖ ਹੋ ਕੇ ਕੰਮ ਕੀਤੇ ਔਰ ਮੇਰਾ ਖਿਆਲ ਉਸੇ ਦਾ ਜਿਹੜਾ ਲੋਕੀ ਮੈਨੂੰ ਜਿਹੜਾ ਭੁਗਤਾਨ ਕਰਦੇ ਆ। ਸੈਕਟਰੀ ਸਾਹਿਬ ਲਾਸਟ ਸਵਾਲ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਬਿਆਨ ਆਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚੋਂ ਵੱਡੀ ਹਾਰ ਹੋਈ ਆ, ਕਿਤੇ ਨਾ ਕਿਤੇ ਸਿੱਖ ਧਰਮ ਨੂੰ ਵੱਡਾ ਖਤਰਾ ਹੈ ਇਹਦੇ ਤੋਂ। ਨਹੀਂ ਮੈਂ ਤਾਂ ਰੀਜਨਲ ਪਾਰਟੀ ਤੇ ਮੈਂ ਵੀ ਕਹਿੰਦਾ ਜੀ ਰਹਿਣੀ ਚਾਹੀਦੀ ਹੈ। ਇਸ ਵੇਲੇ ਤੇ ਇੱਕ ਕਿਸਮ ਦਾ ਇਹਨਾਂ ਖਤਮ ਕਰਤਾ, ਪਰ ਪਾਰਟੀ ਰੀਜਨਲ ਪਾਰਟੀ ਅਕਾਲੀ ਦਲ ਖਤਮ ਨਹੀਂ ਹੋਊਗਾ ਕਦੀ ਵੀ। ਫਿਰ ਸੋਚ ਵਾਲੇ ਬੰਦੇ ਉੱਥੇ ਆਉਣਗੇ। ਕਈ ਦੇਖੋ ਪਾਰਟੀਆਂ ਕੋਈ ਵੀ ਮਾੜੀਆਂ ਚੰਗੀਆਂ ਨਹੀਂ ਹੁੰਦੀਆਂ। ਪਾਰਟੀਆਂ ਜਦੋਂ ਬੰਦੇ ਆ ਜਾਂਦੇ ਆ ਜਿਹੜੇ ਪਾਰਟੀਆਂ ਨੂੰ ਚਲਾਉਂਦੇ ਆ, ਜੇ ਉਹ ਚੰਗੀ ਸੋਚ ਰੱਖਦੇ ਆ ਤੇ ਪਾਰਟੀਆਂ ਕਾਮਯਾਬ ਹੋ ਜਾਂਦੀਆਂ। ਹੁਣ ਤਾਂ ਢੀਂਡਸਾ ਸਾਹਿਬ ਵੀ ਕਹਿ ਰਹੇ ਨੇ ਕਿ ਸੁਖਬੀਰ ਨੂੰ ਸਾਈਡ ਤੇ ਕਰ ਦਿਓ, ਪਾਰਟੀ ਦੁਬਾਰਾ ਸਟੈਂਡ ਹੋ ਜਾਊਗੀ। ਚਲੋ ਇਹ ਤੇ ਉਹਨਾਂ ਦੀ ਆਪਣੀ ਸੋਚ ਆ, ਜਾਂ ਪਾਰਟੀ ਕੀ ਫੈਸਲਾ ਲੈਂਦੀ ਹੈ ਅਕਾਲੀ ਦਲ, ਇਹ ਤੇ ਉਹਨਾਂ ਦੀ ਮਰਜ਼ੀ ਆ, ਅਸੀਂ ਉਹਦੇ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ। ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਪਾਰਟੀ 'ਚ ਚੰਗੇ ਬੰਦੇ, ਚੰਗੇ ਵਿਚਾਰਾਂ ਵਾਲੇ, ਚੰਗੀ ਸੇਧ ਦੇਣ ਵਾਲੇ ਆ ਜਾਣ ਤੇ ਪਾਰਟੀ ਕਾਮਯਾਬ ਹੋ ਜਾਂਦੀ ਹੈ। ਤੇ ਜੇ ਮਾੜੀ ਸੋਚ ਵਾਲੇ, ਪਾਰਟੀ ਨੂੰ ਡੇਗਣ ਵਾਲੇ ਬੰਦੇ ਆ ਜਾਣ ਤੇ ਪਾਰਟੀ ਡਿੱਗ ਪੈਂਦੀ ਹੈ। ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਸੋ ਇਹ ਸਨ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਤੋਂ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ, ਜਿਨ੍ਹਾਂ ਦੇ ਨਾਲ ਅਸੀਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਆ, ਜਿਨ੍ਹਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਕਮੀਆਂ ਰਹਿ ਗਈਆਂ ਨੇ। ਆਪਸ ਵਿੱਚ ਜੋ ਤਕਰਾਰ ਚੱਲ ਰਿਹਾ ਸੀ ਕਾਂਗਰਸੀ ਲੀਡਰ ਦਾ, ਉਹਦਾ ਕਰਕੇ ਇਹ ਮੁਖਤਾਜਾ ਭੁਗਤਣਾ ਪੈ ਗਿਆ। ਤੇ ਭਗਵੰਤ ਮਾਨ ਤੋਂ ਉਹ ਆਸਾਂ ਰੱਖਦੇ ਨੇ ਕਿ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਨੇ ਉਹ ਭਗਵੰਤ ਮਾਨ ਜਿਹੜੇ ਨੇ ਪੂਰੇ ਕਰਨਗੇ। ਕੈਮਰਾਮੈਨ ਰੋਹਿਤ ਨਾਲ ਜਗਤਾਰ ਸਿੰਘ ਮਾਲਾ, ਪਨੌਸ ਟੀਵੀ, ਅੰਮ੍ਰਿਤਸਰ।